अस्सलाम वालेकुम दोस्तों। लो जी दोस्तों, असीं अज आए हैं जी मद्दोआना 66 तहसील जड़ां वाला जिला फैसलाबाद। तो भाई हुणां दे कोल आए हैं। भाई हुणां दा ट्रैक्टर निकलिया वा तो ट्रैक्टर हैगा जी न्यू होलैंड दा 640। इस ट्रैक्टर की अज हकीकत तुहानूं दसदे हैं कि जिहड़ा ग्रीन ट्रैक्टर आ उहदे अंदर और जिहड़े आम ट्रैक्टर मार्केट के अंदर रैड ने उन्हां दे अंदर की फर्क आ। भाई खुरम एक जिहड़े ट्रैक्टरां दे बारे बड़े एक्सपर्ट ने और काफ़ी देर तो ये फीएट के ट्रैक्टर इस्तेमाल करते हैं। तो इन्हों का ट्रैक्टर निकलिया वा, इन्हों नाल असीं गलबात करते हैं। अस्सलाम वालेकुम खुरम भाई जी। वालेकुम अस्सलाम जी। जी खुरम भाई, सब तो पहले तुहानूं बहुत बहुत मुबारक होवे, तुहाडा 10 ਲੱਖ सस्ता जिहड़ा सबसिडी दे विचों ट्रैक्टर निकलिया वा। जी खैर मुबारक जी, खैर मुबारक। भरावां दी दुआवां नाल जी अल्लाह पाक ने करम कीता जी। सही। अच्छा भाई, ये अपना जाती निकलिया वा कि जां किसी को लिया सी? नहीं जी, अपना जाती जी फरम शहजाद मेरे नाम ते निकलिया जी। सही, तुहाडे नाम ते निकलिया। 26 नंबर सीरीयल सी मेरी। सही, चेक कर सकते हो तुसीं। ठीक। ਤੇ ਕਿੰਨੇ ਦਿਨਾਂ ਬਾਅਦ ਆ ਡਿਲੀਵਰੀ ਮਿਲ ਗਈ ਆ? डिलीवरी जी बहुत टाइम नाल मिली आ। गंदम ਦੀ ਬਿਜਾਈ ਵੀ ਸੀ, ਕਮਾਦ ਦਾ ਸੀਜ਼ਨ ਵੀ ਸੀ ਤੇ ਅਲਹਮਦੁਲਿਲਾ ਜਿਹੜੀ ਹੈ ਨਾ ਤਕਰੀਬਨ ਕਹਿ ਲਓ ਕਿ 15 ਤੋਂ 20 ਦਿਨ ਦੇ ਅੰਦਰ ਡਿਲੀਵਰੀ ਆ ਗਈ। ਸਹੀ। ਹਾਂਜੀ। ਅੱਛਾ ਭਾਈ, ਤੁਸੀਂ ਟਰੈਕਟਰ ਮੁਕੰਮਲ ਦੇਖਿਆ ਵਾ, ਤੁਹਾਡੇ ਕੋਲ ਅੱਗੇ ਵੀ 640 ਟਰੈਕਟਰ ਸੀ ਜਿਹਦਾ ਤੁਸੀਂ ਸਮਾਨ ਲਾ ਕੇ ਰੱਖਿਆ ਜੀ ਬਿਲਕੁਲ। ਇਸ ਟਰੈਕਟਰ ਤੇ ਉਸ ਟਰੈਕਟਰ ਦੇ ਅੰਦਰ ਤੁਹਾਨੂੰ ਕੀ ਫਰਕ ਨਜ਼ਰ ਆਇਆ ਵਾ? ट्रैक्टर जी राती ਅਸੀਂ ਲੈ ਕੇ ਆਏ ਆ ਅਲਹਮਦੁਲਿਲਾ। ਕਮਿਸ਼ਨਰ ਫੈਸਲਾਬਾਦ ਨੇ ਬੜਾ ਅੱਛਾ ਤਕਰੀਬ ਕੀਤੀ ਸੀ। ਉਸ ਤੋਂ ਬਾਅਦ ਕੋਈ ਐਮਪੀ ਐਮਐਨਏ ਸਭ ਬੁਲਾਏ ਸੀ ਉਹਨਾਂ ਨੇ ਤੇ ਟਰੈਕਟਰ ਜਿਹੜਾ ਡਿਲੀਵਰ ਕੀਤਾ ਤੇ ਰਾਤੀ ਤਕਰੀਬਨ 9-10 ਵਜੇ ਪਹੁੰਚਿਆ ਤੇ ਸਵੇਰ ਅਸੀਂ ਇਹਦੇ ਪਿੱਛੇ ਹਲ ਪਾਤੇ ਜੀ। ਸਾਨੂੰ ਤੁਸੀਂ ਕਿ ਯਾਰ ਅੱਗੇ ਜਿਹੜੇ ਟਰੈਕਟਰ ਲੈ ਕੇ ਆਈਦੇ ਸੀ ਨਾ ਨਵੇਂ ਤੇ ਕਹਿੰਦੇ ਸੀ ਜੀ ਉਹਦੀ ਰਨਿੰਗ ਪੂਰੀ ਕਰੋ, ਉਹਦਾ ਮੁਖਤਲਿਫ ਜਿਹੜਾ ਨਾ ਉਹ ਕਾਰਵਾਈ ਕਰਨੀ ਹੁੰਦੀ ਸੀ। ਲੇਕਿਨ ਇਹਦੇ ਪਿੱਛੇ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਮੁਕੰਮਲ ਜਿਹੜਾ ਨਾ ਅਸੀਂ ਇਹਦੀ ਰਨਿੰਗ ਕਰਕੇ ਭੇਜੀ ਦੀ ਆ, ਤੁਸੀਂ ਜਾਂਦਿਆਂ ਹੀ ਇਹਦੇ ਪਿੱਛੇ ਹਲ ਪਾਓ, ਰੂਟਰ ਜੋ ਚੀਜ਼ ਮਰਜ਼ੀ ਪਾਓ। ਅਸੀਂ ਸੁਬਹ ਇਹਦੇ ਪਿੱਛੇ ਹਲ ਪਾਇਆ ਜੀ, 11 ਫਾਲਾ ਹਲ ਪਾਇਆ, ਬਹੁਤ ਭਾਰਾ ਵਜ਼ਨੀ ਜੜ੍ਹਾਂ ਵਾਲੇ ਦਾ ਅਲੀਪੁਰ ਬੰਗਲੇ ਦਾ ਬਣਿਆ ਤੇ ਅਲਹਮਦੁਲਿਲਾ ਜਿਹੜੀ ਕੋਈ 22-23 ਮਾਡਲ ਟਰੈਕਟਰ ਸੀ ਮੇਰੇ ਅੰਦਾਜ਼ੇ ਦੇ ਮੁਤਾਬਕ ਉਹਦੇ ਨਾਲੋਂ ਬਹੁਤ ਅੱਛੀ ਪਰਫਾਰਮੈਂਸ ਸੀ ਇਹਦੀ। ਮਤਲਬ ਕਿ ਜਿੱਥੇ ਉਹਦੀ 16-1700 ਆਰਪੀਐਮ ਤੇ ਹਲ ਖਿੱਚਦਾ ਸੀ ਉਹ 12-1300 ਆਰਪੀਐਮ ਤੇ ਨੇ ਹਲ ਖਿੱਚੀ ਹੈ। ਮਤਲਬ ਜਿਹੜੇ ਜ਼ਿਮੀਂਦਾਰ ਡਰਾਈਵਰ ਹਜ਼ਰਾਤ ਚਲਾਉਂਦੇ ਆ ਉਹਨਾਂ ਨੂੰ ਪਤਾ ਇਸ ਚੀਜ਼ ਦਾ। ਐਵੇਂ ਗੱਲਾਂ ਬਾਤੀ ਕਹਿ ਛੱਡੀਏ ਨਾ, ਉਹ ਨਹੀਂ ਹੁੰਦਾ ਕਿ ਯਾਰ ਇਦਾਂ ਦੀ। ਲੇਕਿਨ ਮਾਸ਼ਾਅੱਲਾ ਕੁਆਲਿਟੀ ਦਾ ਬਹੁਤ ਫਰਕ ਹੈ। ਬੰਦੇ ਡਰਾਉਂਦੇ ਸੀ ਬਹੁਤੇ ਕਿ ਜਨਾਬ ਤੁਹਾਡਾ ਟਰੈਕਟਰ ਨਿਕਲਿਆ ਤੇ ਤੁਸੀਂ ਟਰੈਕਟਰ ਨਾ ਲਓ, ਇਹ ਜੀ ਇਹਦਾ ਮਟੀਰੀਅਲ ਹਲਕਾ ਹੈ, ਇਹ ਹੈ ਉਹ ਹੈ। ਲੇਕਿਨ ਆਮ ਟਰੈਕਟਰਾਂ ਨੂੰ ਜਿਹੜੇ ਰੈਗੂਲਰ ਟਰੈਕਟਰ ਆਂਡੇ ਨੇ ਰੈੱਡ ਕਲਰ ਵਿੱਚ ਜਾਂ ਜਿਹੜੇ ਦੂਸਰੇ ਕਲਰ ਦੇ ਵਿੱਚ, ਉਹਦੇ ਨਾਲੋਂ ਮੇਰੇ ਦੇਖਣ ਦੇ ਵਿੱਚ ਅਲਹਮਦੁਲਿਲਾ ਬਹੁਤ ਅੱਛੀ ਕੁਆਲਿਟੀ ਉਹਨਾਂ ਨੇ ਪਾਈ ਹੈ। ਇੱਕ ਦੋ ਹੋਰ ਇਹਨਾਂ ਨੇ ਬੜੇ ਮਜ਼ੇਦਾਰ ਕੰਮ ਕਰਤੇ ਕਿ ਜਿਹੜਾ ਬਿਲਕੁਲ ਹੀ ਬਲੈਕ ਪੈਪਸੀ ਕਲਰ ਹੁੰਦਾ ਸੀ ਉਹ ਕਲਰ ਉਹਨਾਂ ਨੇ ਚੇਂਜ ਕਰ ਦਿੱਤਾ। ਕਲਰ ਉਹਨਾਂ ਨੇ ਜਨਾਬ 385 ਵਾਲਾ ਜਾਂ 850 ਵਾਲਾ ਕਹਿ ਲਓ ਤੁਸੀਂ, ਗ੍ਰੇ ਕਲਰ ਦਾ ਜਿਹੜਾ ਨਾ ਜੀ ਮੈਚ ਕੀਤਾ ਗ੍ਰੀਨ ਦੇ ਨਾਲ, ਜਿਹੜਾ ਕਿ ਬੜਾ ਸੂਟ ਕਰ ਰਿਹਾ। ਦੂਸਰੇ ਨੰਬਰ ਤੇ ਟਾਇਰ ਦਾ ਬੜਾ ਇਸ਼ੂ ਸੀ। ਇਹਦੇ ਤੁਸੀਂ ਚੈੱਕ ਕਰਾਓ ਕਿ ਟਾਇਰ ਆ ਰਿਹਾ ਸੀ GTR ਜਾਂ ਜਰਨਲ ਜਿਹਨੂੰ ਕਹਿੰਦੇ ਸੀ, ਉਹ ਟਾਇਰ 2 ਸਾਲ ਬਾਅਦ ਜਿਹੜਾ ਨਾ ਜੀ ਇਸ ਜਗ੍ਹਾ ਤੋਂ ਫਟਣਾ ਸ਼ੁਰੂ ਹੋ ਜਾਂਦਾ ਸੀ। ਉਹਦੇ ਵਿੱਚ ਮੇਰੇ ਕੋਲ 22-23 ਮਾਡਲ ਸੀ, 22 ਦਾ ਬ੍ਰਾਂਡ ਸੀ ਤੇ 23 ਦੇ ਵਿੱਚ ਨੰਬਰ ਲੱਗਾ ਸੀ। ਉਹ 3 ਸਾਲ 2.5 ਦੇ ਵਿੱਚ ਯਕੀਨ ਕਰੋ ਕਿ ਇੱਥੋਂ ਸਾਰਾ ਫਟਣਾ ਸ਼ੁਰੂ ਹੋ ਗਿਆ ਸੀ। ਔਰ ਵੈਸੇ ਵੀ ਜਿਹੜਾ ਉਹ ਹਲ ਫਾਲੇ ਦੇ ਵਿੱਚ ਟਰੈਕਟਰ ਐਡਾ ਮਜ਼ਾ ਨਹੀਂ ਸੀ ਕਰਦਾ। ਇਹਨੇ ਮਾਸ਼ਾਅੱਲਾ ਪੈਂਥਰ ਦੇ ਟਾਇਰ ਪਾਤੇ ਨੇ ਜਿਹੜੀ ਕਿ ਸਾਡੇ ਜ਼ਿਮੀਂਦਾਰਾਂ ਦੀ ਡਿਮਾਂਡ ਸੀ ਉਹਦੇ ਮੁਤਾਬਕ। ਤੇ ਦੂਸਰੇ ਨੰਬਰ ਤੇ ਕਲਰ ਦਾ ਜਿਹੜਾ ਬੜਾ ਇਸ਼ੂ ਸੀ ਕਿ ਬਲੈਕ ਬਿਲਕੁਲ ਪੈਪਸੀ ਕਲਰ ਬਹੁਤ ਬੁਰਾ ਲੱਗਦਾ ਸੀ। ਇਹ 2-3 ਕੰਮ। ਬਾਕੀ ਇਹ ਕਿ ਡਰਾਈ ਬੈਟਰੀ ਪਾਤੀ ਨੇ ਅੱਗੇ। ਅੱਛਾ ਭਾਈ, ਡਰਾਈ ਬੈਟਰੀ ਆਈ ਜੀ ਡਰਾਈ ਬੈਟਰੀ ਡਾਈਵੋ ਕੰਪਨੀ ਦੀ ਡਰਾਈ ਬੈਟਰੀ ਪਾਈ ਨੇ। ਠੀਕ। ਤੇ ਉਹ ਵੀ ਰੋਗ ਮੁਕਾ ਛੜਿਆ ਕਿ ਬਾਰ-ਬਾਰ ਜਿਹੜਾ ਨਾ ਜ਼ਿਮੀਂਦਾਰ ਜਨਾਬ ਸਵੇਰ ਠੰਡ ਦੇ ਵਿੱਚ ਪਾਣੀ ਚੈੱਕ ਕਰੋ ਜੀ, ਪਾਣੀ ਮੁੱਕ ਗਿਆ, ਬੈਟਰੀ ਡਾਊਨ ਹੋ ਗਈ ਹੈ। ਉਹ ਵੀ ਬੜਾ ਅੱਛਾ ਕੰਮ ਕਰਤਾ ਨੇ। ਤੇ ਇਹ ਹੈ ਕਿ ਬਾਕੀ ਇੱਕ ਦੋ ਕੰਮ ਬਗੈਰ ਕਹਿੰਦੇ ਕਿ ਪਿੱਛੇ ਹਿੱਸਾ ਜਿਹੜਾ ਕੋਈ ਸਟੀਲ ਦਾ ਕਰਤਾ, ਕੋਈ ਤਬਦੀਲੀਆਂ ਕਾਫੀ ਕੀਤੀਆਂ। ਬਾਕੀ ਚਲਾਵਾਂਗੇ ਤੇ ਮਜ਼ੀਦ ਇਨਸ਼ਾਅੱਲਾ ਸਾਨੂੰ ਪਤਾ ਲੱਗੇਗਾ ਵੀ ਕੀ ਇਹ ਕੰਮ ਕਰਦਾ ਜਾਂ ਕਿ ਨਹੀਂ। ਸਹੀ। ਅੱਛਾ ਭਾਈ, ਇਹ ਗਵਰਨਮੈਂਟ ਜਿਹੜੀ ਆ 10 ਲੱਖ ਸਸਤੇ ਟਰੈਕਟਰ ਦੇ ਰਹੀ ਆ ਜੀ ਜੀ, ਤੇ ਇਹਦੇ ਤੇ ਤੁਹਾਡਾ ਕੀ ਫੀਡਬੈਕ ਆ? ਕਿਸ ਤਰ੍ਹਾਂ ਹਕੂਮਤ ਦੀ ਸਕੀਮ ਤੁਹਾਨੂੰ ਲੱਗੀ ਆ? ਬਹੁਤ ਅੱਛਾ ਇਕਦਾਮ ਆ ਜੀ ਮਾਸ਼ਾਅੱਲਾ। ਅਸੀਂ ਜਿਹੜਾ ਨਾ ਅਪਰੀਸ਼ੀਏਟ ਕਰਦੇ ਹਾਂ ਗਵਰਨਮੈਂਟ ਨੂੰ, CM ਪੰਜਾਬ ਨੂੰ ਕਿ ਮਾਸ਼ਾਅੱਲਾ ਇੱਕ ਦੇਖੋ ਕਿ ਆਮ ਫਾਰਮਰ ਕੋਲ 10 ਲੱਖ ਨਹੀਂ, ਸਾਨੂੰ ਤਕਰੀਬਨ ਜੀ 12,20,000 ਰੁਪਇਆ ਸਾਨੂੰ ਸਬਸਿਡੀ ਮਿਲੀ ਹੈ ਕਿ 10 ਲੱਖ ਗਵਰਨਮੈਂਟ ਵੱਲੋਂ ਔਰ 2,05,000 ਰੁਪਇਆ ਤਕਰੀਬਨ ਜਿਹੜਾ ਨਾ ਜੀ ਉਹ ਕੰਪਨੀ ਨੇ ਛੂਟ ਦਿੱਤੀ ਸੀ, ਜਿੰਦਾ ਕਿ 30 ਨਵੰਬਰ ਤੱਕ ਟਾਈਮ ਹੈ। ਸਹੀ। ਇਹ 12 ਲੱਖ ਸਮਥਿੰਗ ਦੇ ਵਿੱਚ ਸਾਨੂੰ ਜਿਹੜੀ ਛੂਟ ਹੋਈ ਹੈ। ਤੇ ਬਾਕੀ ਗਵਰਨਮੈਂਟ ਦਾ ਜਿਹੜਾ ਬਹੁਤ ਅੱਛਾ ਇਕਦਾਮ ਆ ਫਾਰਮਰਸ ਦੇ ਵਾਸਤੇ। ਸਹੀ। ਅੱਛਾ ਭਾਈ, ਇਹ ਗਵਰਨਮੈਂਟ ਇਹਨਾਂ ਨੇ ਇੱਕ ਕੰਪਨੀ ਵਾਲਿਆਂ ਸੋਰੀ ਕੇਸ ਮੱਦ ਦੇ ਅੰਦਰ 2 ਲੱਖ ਰੁਪਈਆ ਰਿਆਇਤ ਕੀਤਾ, ਉਹਦਾ ਕੀ ਸ਼ਡਿਊਲ? ਅਸਲ ਦੇ ਵਿੱਚ ਨਾ ਜੀ ਇਹ ਜਿਹੜੇ ਬੰਦੇ ਜ਼ਿਮੀਂਦਾਰੇ ਨਾਲ ਅਫੀਲੀਏਟਡ ਨੇ, ਟਰੈਕਟਰਾਂ ਦਾ ਸ਼ੌਕ ਰੱਖਦੇ ਨੇ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਪਿਛਲੇ ਸਾਲ ਮਿਲਤ ਦੀ ਸੇਲ ਜਿਹੜੀ ਸੀ ਬਹੁਤ ਜ਼ਿਆਦਾ ਹੋਈ ਸੀ। ਹਾਂਜੀ। ਫੀਅਟ ਦੇ ਮੁਕਾਬਲੇ ਦੇ ਵਿੱਚ ਫੀਅਟ ਦੀ ਸੇਲ ਘੱਟ ਸੀ। ਉਸ ਵਾਸਤੇ ਇਸ ਦਫਾ ਜਿਹੜੇ ਕਿ ਜੂਨ ਜੁਲਾਈ ਦੇ ਵਿੱਚ ਫੀਅਟ ਨੇ ਰੇਟ ਵਧਾਉਣੇ ਸੀ, ਉਹ ਨਹੀਂ ਸੀ ਇਹਨਾਂ ਨੇ ਐਕਸਟੈਂਡ ਕੀਤੇ। ਠੀਕ ਹੋ ਗਿਆ। ਇੱਕ ਉਹ ਐਕਸਟੈਂਡ ਨਹੀਂ ਕੀਤੇ। ਦੂਸਰੇ ਨੰਬਰ ਤੇ ਜਿਹੜੇ ਰੇਟ ਸੀ ਉਹਨਾਂ ਦੇ ਵਿੱਚ 2 ਲੱਖ ਰੁਪਈਆ ਡਿਸਕਾਊਂਟ ਕੀਤਾ ਵੱਡੇ ਟਰੈਕਟਰ ਜਿਹੜੇ 75 ਤੋਂ 85 ਹਾਊਸ ਪਾਵਰ ਸੀ। ਠੀਕ ਹੈ। 480 ਦੇ ਵਿੱਚ ਸੀ 1,10,000 ਰੁਪਇਆ
ਜਿਹੜੀ ਕਿ ਉਹ 30 ਨਵੰਬਰ ਤੱਕ ਟਾਈਮ ਹੈ। ਅਜੇ ਵੀ ਜਿਹੜੇ ਜ਼ਿਮੀਂਦਾਰ ਦੋਸਤ ਨੇ ਉਹਨਾਂ ਨੂੰ ਅਸੀਂ ਕਵਾਂਗੇ ਕਿ ਚਾਹੇ ਉਹ ਬੈਂਕੋਂ ਲੈ ਰਹੇ ਨੇ ਚਾਹੇ ਕੈਸ਼ 'ਤੇ ਲੈ ਰਹੇ ਨੇ, ਉਹ ਆਪਣਾ ਜਾ ਕੇ ਤੇ ਫੌਰਨ 30 ਨਵੰਬਰ ਤੋਂ ਪਹਿਲੇ ਆਪਣੀ ਬੁਕਿੰਗ ਕਰਵਾਉਣ ਤੇ ਉਹਨਾਂ ਨੂੰ 2 ਲੱਖ ਰੁਪਈਆ ਟਰੈਕਟਰ ਸਸਤਾ ਮਿਲੇਗਾ। ਇਸ ਵਜ੍ਹਾ ਤੋਂ ਜਿਹੜਾ ਨਾ ਜੀ ਇਹ ਕੰਪਨੀ ਨੇ, ਬਾਕੀ ਇਹ ਮਜ਼ੀਦ ਜੀ ਯਕਮ ਜਨਵਰੀ ਨੂੰ ਕਹਿ ਰਹੇ ਨੇ ਕਿ ਇਹਦਾ ਰੇਟ 39 ਲੱਖ ਰੁਪਇਆ ਹੋ ਜਾਏਗਾ। ਸਹੀ, ਹਾਂਜੀ ਠੀਕ। ਅੱਛਾ ਭਾਈ, ਹੋਰ ਇਸ ਟਰੈਕਟਰ ਦੇ ਅੰਦਰ ਤੁਹਾਨੂੰ ਕੀ ਤਬਦੀਲ ਨਜ਼ਰ ਆਇਆ ਵਾ ਆ ਪੁਰਾਣੇ ਮਾਡਲ ਟਰੈਕਟਰਾਂ ਨਾਲੋਂ? ਦੇਖੋ ਆਪਣਾ ਰਾਓ ਸਾਹਿਬ, ਟਰੈਕਟਰ ਜਿਹੜਾ ਨਵਾਂ ਤੇ ਨਵਾਂ ਹੀ ਹੈ। ਜਦੋਂ ਨਵੀਂ ਚੀਜ਼ ਆ ਉਹ ਤਕਰੀਬਨ 10 ਸਾਲ ਤੁਸੀਂ ਲੈ ਕੇ ਉਹਨੂੰ ਭੁੱਲ ਜਾਓ ਕਿ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਨਹੀਂ। ਹਿੱਸਾ ਅਗਲਾ ਪਿਛਲੇ ਹਿੱਸੇ ਦੇ ਵਿੱਚ ਜਿਹੜੀਆਂ ਤਬਦੀਲੀਆਂ ਕਰਕੇ ਮਜ਼ਬੂਤੀ ਪਾਈ ਨੇ ਤੇ ਮਜ਼ੀਦ ਇਨਸ਼ਾਅੱਲਾ ਪਾਵਰ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਨਾ ਸਾਨੂੰ ਬੜਾ ਜਿਹੜਾ ਨਾ ਫਰਕ ਮਹਿਸੂਸ ਹੋਇਆ। ਟਾਪ ਲੈਂਗ ਦਾ ਇੱਕ ਛੋਟਾ ਜਿਹਾ ਇਸ਼ੂ ਹੈ ਕਿ ਟਾਪ ਲੈਂਗ ਜਿਹੜੀ ਇਹਨਾਂ ਨੂੰ ਸਾਈਜ਼ ਦੇ ਵਿੱਚ ਵੀ ਛੋਟੀ ਹੈ ਥੋੜੀ ਜੀ, ਔਰ ਉਹਦਾ ਜਿਹੜਾ ਮੋਟਾਈ ਆ ਉਹਦੀ ਜਿਹੜੀ ਗਰੋਥ ਆ ਉਹ ਕਮ ਆ। ਅਗਰ ਉਹਦੇ ਵਿੱਚ ਥੋੜੀ ਜੀ ਕਮੀ ਪੇਸ਼ੀ ਕਰ ਦੇਣ ਤੇ ਬੜਾ ਜਿਹੜਾ ਨਾ ਜੀ ਉਹ ਸੂਟੇਬਲ ਕੰਮ। ਦੇਖੋ ਜਿਸ ਤਰ੍ਹਾਂ ਇਹਨਾਂ ਨੇ ਲੈਂਕਾਂ ਦਾ ਵਿੱਚ ਬੜਾ ਫਰਕ, ਵਾਜ਼ਿਆ ਫਰਕ ਨਜ਼ਰ ਆ ਰਿਹਾ। ਹਾਂਜੀ, ਲੈਂਕ ਚੌੜੀ ਵੀ ਆ, ਮੋਟੀ ਵੀ ਆ, ਛੋਟੀ ਵੀ ਆ। ਇਹ ਮਸ਼ੀਨਾਂ ਦਾ ਬੜਾ ਇਸ਼ੂ ਸੀ, ਮਸ਼ੀਨਾਂ ਦਾ ਜਿਹੜਾ ਉਹ ਇਸ਼ੂ ਖਤਮ ਕਰਤਾ ਨੇ। ਸੰਗਲ ਜਿਹੜੇ ਡਬਲ ਕਰ ਦਿੱਤੀਆਂ ਦੋਵਾਂ ਸਾਈਡਾਂ ਤੇ ਜੀ, ਬਿਲਕੁਲ ਡਬਲ ਕਰਤੀ ਨੇ। ਸਹੀ ਸਹੀ। ਤੇ ਟਾਪ ਲੈਂਕ ਜਿਹੜੀ ਆ ਇਹ ਥੋੜੀ ਜੀ ਜਿਹੜੀ ਨਾ ਸਾਨੂੰ ਤਬਦੀਲ ਕਰਨੀ ਪੈਂਦੀ। ਕੰਪਨੀ ਨੂੰ ਇਹ ਵੀ ਪੈਗਾਮ ਆ ਸਾਡੇ ਲੋਕ ਇਹਦੇ ਵਿੱਚ ਜਿਹੜੀਆਂ ਛੋਟੀਆਂ ਚੀਜ਼ਾਂ ਨੇ ਨਾ ਜੀ ਉਹ ਇਹਨੂੰ ਇਹਦੇ ਕਮੀ ਦੂਰ ਕਰਨ। ਅੱਛਾ ਭਾਈ ਖੁਰਮ, ਕੰਪਨੀ ਵਾਲੇ ਆਂਦੇ ਇਸ ਦੇ ਮਗਰਲੇ ਹਿੱਸੇ ਦੇ ਅੰਦਰ ਵਾਵਾ ਤਬਦੀਲੀਆਂ ਕੀਤੀਆਂ, ਜਿਹੜੀ ਅੰਦਰ ਹਾਂਡੀ ਵਗੈਰਾ ਹੁੰਦੀ ਹੈ ਨਾ, ਸਟਾਰੀਆਂ ਵਗੈਰਾ, ਉਹ ਵੀ 850 ਵਾਂਗੂ ਬੜੀਆਂ ਮਜ਼ਬੂਤ ਕੀਤੀਆਂ ਨੇ। ਇਹ ਦੇਖੋ ਜੀ ਆਉਣ ਵਾਲਾ ਵਕਤ ਦੱਸੇਗਾ ਵੀ ਉਹ ਆਇਆ ਕਿ ਬਿਹਤਰ ਆ ਜਾਂ ਨਹੀਂ। ਕੰਪਨੀ ਦਾ ਇਸ ਚੀਜ਼ ਤੇ ਦਾਵਾ ਹੈਗਾ ਜੀ, ਬਿਲਕੁਲ ਕਹਿ ਤੇ ਰਹੇ ਨੇ ਕਿ ਅਸੀਂ ਜਿਹੜਾ ਸਟਾਰੀਆਂ ਵਾ ਹਾਂਡੀ ਵਾ ਸਟੀਲ ਦੀ ਕਰਤੀ ਆ ਕਿ ਜਿਹੜੇ ਪਹਿਲੇ ਦੇ ਟਰੈਕਟਰ ਦੀ ਨਿਸਬਤ ਜਿਹੜਾ ਨਾ ਜਿੱਦਾਂ 850 ਦੇ ਅੰਦਰ ਆਉਂਦੀ ਆ। ਜੀ ਬਿਲਕੁਲ ਬਿਲਕੁਲ। ਤੇ ਹਾਈਡ੍ਰੋਲਿਕ ਨੂੰ ਕਹਿੰਦੇ ਕਿ ਪਹਿਲੇ ਨਾਲੋਂ ਮਜ਼ਬੂਤ ਕੀਤਾ, ਅੰਦਰੋਂ ਉਹਦੇ ਮਟੀਰੀਅਲ ਦੇ ਵਿੱਚ ਕਾਫੀ ਵਾਜ਼ਿਆ ਫਰਕ ਨਜ਼ਰ ਆ ਰਿਹਾ। ਸਹੀ ਸਹੀ। ਹਾਂਜੀ, ਬਾਕੀ ਪੇਂਟ ਕੁਆਲਿਟੀ ਮਾਸ਼ਾਅੱਲਾ ਬਹੁਤ ਖੂਬਸੂਰਤ ਆ ਦੇ ਸਕਦੇ ਤੁਸੀਂ। ਟਰੈਕਟਰ ਚਮਕ ਰਿਹਾ ਵਾ, ਸਵੇਰ ਦਾ ਹੀ ਹਲਵਾ ਹੁੰਦਾ ਆਇਆ ਵਾ। ਹਾਂਜੀ, ਤੇ ਇਹਨਾਂ ਸਾਰੀ ਦਿਹਾੜੀ ਅੱਜ ਇਹਨੂੰ ਮੰਡਿਆ ਵਾ, ਚੰਗੀ ਇਹਦੀ ਰਨੰਗ ਸ਼ਨੰਗ ਕੀਤੀ ਆ। ਬਾਕੀ ਹੁਣ ਇਹ ਗੰਨਾ ਢੋਵੇਗਾ ਤੇ ਮਜ਼ੀਦ ਰਨੰਗ ਹੋਵੇਗੀ। ਬਾਕੀ ਭਾਈ ਖੁਰਮ ਇਸ ਸਾਈਡ ਤੋਂ ਦਿਖਾ ਲਈਏ ਟਰੈਕਟਰ। ਜੀ ਜੀ ਬਿਲਕੁਲ। ਪਾਵਰ ਵਗੈਰਾ ਪਾਵਰ ਬੜੀ ਅੱਛੀ ਜੀ ਮਾਸ਼ਾਅੱਲਾ, ਸਮੂਥਲੀ ਪਾਵਰ ਸੀ। ਸਹੀ। ਪੰਪ ਦੀ ਆਵਾਜ਼ ਬਹੁਤ ਖੂਬਸੂਰਤ ਸੀ। ਮਤਲਬ ਕਿ ਜਿਸ ਤਰ੍ਹਾਂ ਕਿ ਪਹਿਲੇ ਨਿਸਬਤ ਜਿਹੜੇ ਟਰੈਕਟਰ ਨਾ 22-23 ਤੱਕ ਮੇਰੇ ਕੋਲ ਟਰੈਕਟਰ ਹੈ ਸੀ, ਠੀਕ ਹੈ। 18-17 ਮਾਡਲ ਵੀ 2012 ਦੇ ਵਿੱਚ ਵੀ ਜਿਹੜੇ ਸਕੀਮ ਆਈ ਸੀ ਉਹਦੇ ਵਿੱਚ ਵੀ ਸਾਡੇ ਕੋਲ ਟਰੈਕਟਰ ਖੜਾ ਹੈ ਇਸ ਟਾਈਮ ਬਾਹਰ, ਨਹੀਂ ਤੇ ਤੁਹਾਨੂੰ ਜ਼ਰੂਰ ਦਿਖਲਾਉਂਦੇ, ਮੇਰੀ ਪਿਛਲੀ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਸੀ। ਤੇ ਲੇਕਿਨ ਉਹਨਾਂ ਟਰੈਕਟਰ ਦੀ ਨਿਸਬਤ ਮਾਸ਼ਾਅੱਲਾ ਇਹਨਾਂ ਦਾ ਬਹੁਤ ਅੱਛੀ ਕੁਆਲਿਟੀ ਵਾਜ਼ਿਆ ਨਜ਼ਰ ਆ ਰਹੀ ਹੈ। ਮਜ਼ੀਦ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਇਹਨਾਂ ਦੇ ਰਿਵਿਊ ਦੇਵਾਂਗੇ। ਸਹੀ। ਅੱਛਾ ਖੁਰਮ ਭਾਈ, ਇੱਕ ਅਕਸਰ ਜ਼ਿਮੀਦਾਰ ਜਦੋਂ 640 ਤੇ ਵੀਡੀਓ ਬਣਾਈਦੀ ਹੈ ਨਾ, ਐਂਡ ਤੇ ਆਣ ਕੇ ਜ਼ਿਮੀਦਾਰ ਦਾ ਇਹ ਸਾਡੇ ਨਾਲ ਸਵਾਲ ਹੁੰਦਾ ਵੀ ਯਾਰ ਤੁਸੀਂ ਕੰਪਨੀ ਨੂੰ ਕਹੋ ਇਹਦੇ ਅਗਲੇ ਹਿੱਸੇ ਤੇ ਫੋਕਸ ਕਰੋ, ਇਹਦੇ ਐਕਸਲਾਂ ਸਪਿੰਡਲਾਂ ਵਗੈਰਾ ਤੇ ਇਹਦੇ ਸਪਿੰਡਲ ਜਿਹੜੇ ਨੇ ਛੋਟੇ ਟਰੈਕਟਰਾਂ ਵਾਲੇ ਹੀ ਨੇ। ਤੇ ਤੁਹਾਡਾ ਕੀ ਕੰਪਨੀ ਨੂੰ ਪੈਗਾਮ ਆ ਅਗਲੇ ਹਿੱਸੇ ਦੇ ਉੱਤੇ, ਕਿੰਨਾ ਕੁ ਕੰਮ ਹੋਣਾ ਚਾਹੀਦਾ ਹੋਰ? ਜੀ ਬਿਲਕੁਲ ਬਿਲਕੁਲ, ਬਹੁਤ ਅੱਛੀ ਤੁਸੀਂ ਇਹ ਗੱਲ ਯਾਦ ਕਰਵਾਤਾ। ਇਹ ਅਗਰ ਇਹ ਛੋਟੀ ਜਿਸ ਤਰ੍ਹਾਂ ਤੁਹਾਨੂੰ ਪਿੱਛੇ ਟਾਪ ਲੈਂਕ ਦਾ ਦੱਸਿਆ ਮੈਂ, ਇੱਕ ਦੋ ਹੋਰ ਚੀਜ਼ਾਂ ਸੀ, ਅਗਰ ਇਹ ਹਿੱਸਾ ਜਿਹੜਾ ਇਹਦਾ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ, ਇਹ ਹਿੱਸਾ 850 ਵਾਲਾ ਕਰ ਦਿੱਤਾ ਜਾਵੇ ਤੇ ਭਾਈ ਫਿਰ ਇਹਦੇ ਨਾਲ ਦਾ ਟਰੈਕਟਰ ਹੀ ਕੋਈ ਨਹੀਂ ਰਹਿਣਾ। ਫਿਰ ਇਹਦੇ ਨਾਲ ਦਾ ਟਰੈਕਟਰ ਹੀ ਕੋਈ ਨਹੀਂ। ਜਿਸ ਤਰ੍ਹਾਂ ਅਗਲੇ ਹਿੱਸੇ ਦੇ ਵਿੱਚ ਦੇਖੋ 12 ਜਿੱਦਾਂ ਇੰਜਨ ਦਾ ਤਗੜਾ ਟਰੈਕਟਰ ਆ, ਇੰਜਨ ਦਾ 12 ਲੀਟਰ ਤੇਲ ਪੀਂਦਾ ਐਜ਼ ਕੰਪੇਅਰ ਟੂ ਤੁਹਾਡੀ 385 ਦੇ। ਮਾਸ਼ਾਅੱਲਾ ਅਗਲਾ ਹਿੱਸਾ ਦਾ ਬਹੁਤ ਆ, ਥ੍ਰੈਸ਼ਰ ਤੇ ਤੁਸੀਂ ਇਸਤੇਮਾਲ ਕਰੋ, ਰੂਟਰ ਤੇ ਕਰੋ, ਹੱਲਾਂ ਤੇ ਨਹੀਂ ਮੰਨਦਾ ਕਿਸੇ ਚੀਜ਼ ਨੂੰ। ਇੰਜੀ ਇਸੇ ਤਰ੍ਹਾਂ ਅਗਰ ਛੋਟੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਪਿਛਲੇ ਹਿੱਸੇ ਦਾ ਇਹਨਾਂ ਨੇ ਰੋਗ ਮੁਕਾ ਛੱਡਿਆ, ਅਗਲੇ ਹਿੱਸੇ ਨੂੰ ਵੀ ਇਹਦੇ ਸਪਿੰਡਲ ਇਹਦਾ ਹਿੱਸਾ ਥੋੜਾ ਜਿਹਾ ਹੈਲਦੀ ਕਰ ਛੱਡਣ ਤੇ ਅਲਹਮਦੁਲਿਲਾ ਇਹਦੇ ਨਾਲ ਦਾ ਟਰੈਕਟਰ ਕੋਈ ਨਹੀਂ। ਲਓ ਜੀ ਦੋਸਤੋ, ਇਹ ਕੰਪਨੀ ਨੂੰ ਪੈਗਾਮ ਹੀ ਜਾਏਗਾ ਸਾਡੀ ਵੀਡੀਓ ਦੇ ਨਾਲ, ਔਰ ਉਮੀਦ ਹੈਗਾ ਵਾ ਵੀ ਕੰਪਨੀ ਕਦੀ ਨਾ ਕਦੀ ਤੇ ਇਸ ਗੱਲ ਤੇ ਸੋਚੇਗੀ ਨਾ ਵੀ ਇਹਦੇ ਅਗਲੇ ਹਿੱਸੇ ਦੇ ਸਪਿੰਡਲ ਥੋੜੇ ਜਿਹਾ ਭਾਰੇ ਕਰ ਦਈਏ। ਅਗਰ ਇਹਦੀਆਂ ਬੋਤਲਾਂ ਸਪਿੰਡਲ ਵਗੈਰਾ 850 ਵਾਲੇ ਕਰ ਦੇਣ ਤੇ ਮੈਂ ਕਹਾਂ ਵੀ ਇਹ ਅਗਲੇ ਹਿੱਸੇ ਦਾ ਵੀ ਤਗੜਾ ਟਰੈਕਟਰ ਬਣ ਜਾਏਗਾ, ਜਿੱਦਾਂ ਇਹ ਇੰਜਨ ਦਾ ਤਗੜਾ ਟਰੈਕਟਰ ਆ। ਬਾਕੀ ਬੈਟਰੀ ਜੀ ਡਰਾਈ ਆ ਗਈ ਆ, ਡੈਵੋ ਕੰਪਨੀ ਦੀ ਡਰਾਈ ਬੈਟਰੀ ਆ। ਤੇ ਬਾਕੀ ਹੋਰ ਨਿੱਕੀਆਂ ਮੋਟੀਆਂ ਚੇਂਜਾਂ ਕੀਤੀਆਂ ਵਾ। ਬਾਕੀ ਇਹਦੀ ਵਾਇਰਿੰਗ ਵੀ ਬਹੁਤ ਅੱਛੀ ਕਰ ਦਿੱਤੀ ਆ। ਦੇਖੋ ਨਾ ਇਸ ਸਾਈਡ ਤੋਂ ਕੋਈ ਤੁਹਾਨੂੰ ਫਾਲਤੂ ਤਾਰ ਨਹੀਂ ਨਜ਼ਰ ਆ ਰਹੀ, ਐ ਬਿਲਕੁਲ ਜਿਹੜੀ ਆ ਕਲੋਜ਼ ਆ। ਬਾਕੀ ਜੀ ਵਕਤ ਸਾਬਤ ਕਰੇਗਾ, ਟਰੈਕਟਰ ਚੱਲੇਗਾ ਤੇ ਫਿਰ ਮਜ਼ੀਦ ਇਹਦਾ ਪਤਾ ਲੱਗੇਗਾ। ਬਾਕੀ ਅਸੀਂ ਭਾਈ ਹੋਣਾ ਲਈ ਦੁਆ ਗੋ ਵਾਂ ਕਿ ਅੱਲਾਹ ਤਾਲਾ ਇਹਨਾਂ ਦੀ ਕਿਸਮਤ 'ਚ ਕਰੇ, ਇਹਨਾਂ ਨੂੰ ਹੰਡਾਉਣਾ ਨਸੀਬ ਕਰੇ, ਔਰ ਟਰੈਕਟਰ ਜਿਹੜਾ ਵਾ ਸੈੱਟ ਚੱਲੇ, ਸਹੀ ਸਲਾਮਤ ਚੱਲੇ। ਆਮੀਨ। ਬਹੁਤ ਸ਼ੁਕਰੀਆ ਭਾਈ ਜਾਨ, ਬਹੁਤ ਸ਼ੁਕਰੀਆ।